ਸ਼੍ਰੀ ਗੋਗਾ ਮਹਾਪੁਰਾਣ ਭਾਗ 16ਵਾਂ। ਜੇਕਰ ਤੇਰੀ ਗੱਲ ਸੱਚੀ ਹੈ ਤੇ ਉਸ ਵਿੱਚ ਚਲਾਕੀ ਨਹੀਂ ਹੈ ਤਾਂ ਮੈਂ ਤੇਰੇ ਸਹੁਰੇ ਦਾ ਦਿਮਾਗ ਠੀਕ ਕਰ ਦੇਵਾਂਗਾ। ਮੇਰੇ ਕੋਲੋਂ ਕੁਝ ਛੁਪਾਉਣਾ ਨਹੀਂ। ਜੇਕਰ ਕੋਈ ਗਲਤੀ ਹੋ ਗਈ ਹੈ ਤਾਂ ਸਾਫ਼-ਸਾਫ਼ ਕਹਿ, ਇਹ ਨਾ ਹੋਵੇ ਕਿ ਮੈਨੂੰ ਬਾਅਦ 'ਚ ਸ਼ਰਮਿੰਦਾ ਹੋਣਾ ਪਵੇ। ਰਾਣੀ ਬਾਛਲ ਬੋਲੀ, ਪਿਤਾ ਜੀ, ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ। ਕੀ ਮੈਂ ਆਪਣੇ ਜੀਵਨ ਵਿੱਚ ਕਦੇ ਝੂਠ ਬੋਲਿਆ ਹੈ? ਕਦੇ ਮੇਰੀ ਕੋਈ ਗੱਲ ਤੁਸੀਂ ਗਲਤ ਦੇਖੀ ਹੈ? ਜੇ ਮੇਰੀ ਗੱਲ ਗਲਤ ਨਿਕਲੇ ਤਾਂ ਜਿਉਂਦੀ ਜ਼ਮੀਨ ਵਿੱਚ ਗੜਵਾ ਦੇਣਾ। ਤੁਹਾਡੀ ਬੇਟੀ ਸਤਵੰਤੀ ਰਹੀ ਹੈ ਤੇ ਆਖਰੀ ਦਮ ਤੱਕ ਸਤਵੰਤੀ ਹੀ ਰਹੇਗੀ। ਰਾਜਾ ਕੁੰਭਰਪਾਲ ਨੇ ਆਪਣੀ ਬੇਟੀ ਦੀ ਗੱਲ ਸੁਣ ਕੇ ਚੁੱਪ ਹੋ ਗਏ, ਲੇਕਿਨ ਫਿਰ ਬੋਲੇ, ਬੇਟੀ ਗੱਲ ਤੇਰੀ ਸੱਚ ਹੋਵੇਗੀ, ਲੇਕਿਨ ਇਮਤਿਹਾਨ ਲੈਣਾ ਬਹੁਤ ਜ਼ਰੂਰੀ ਹੈ। ਮੈਂ ਆਪਣੇ ਮਹਿਲ ਵਿੱਚ ਖੂਹ ਖੁਦਵਾ ਕਰ ਕੱਚੇ ਸੂਤ ਨਾਲ ਪਲੰਘ ਬਣਵਾ ਕੇ ਉਸ ਉੱਤੇ ਤੈਨੂੰ ਸੌਣ ਦੀ ਆਗਿਆ ਦੇਵਾਂਗਾ। ਜੇਕਰ ਤੂੰ ਕੱਚੇ ਸੂਤ ਦੇ ਪਲੰਘ ਉੱਤੇ ਗਹਿਰੀ ਨੀਂਦ ਸੋ ਜਾਵੇਂਗੀ ਤਾਂ ਰਾਜਾ ਉਮਰ ਸਿੰਘ ਨੂੰ ਚਿੱਠੀ ਲਿਖਾਂਗਾ। ਜੇ ਸੂਤ ਦੇ ਧਾਗੇ ਟੁੱਟ ਗਏ ਤੂੰ ਖੂਹ ਵਿੱਚ ਗਿਰ ਗਈ ਤਾਂ ਈਸ਼ਵਰ ਦੀ ਇੱਛਾ ਸਮਝ ਕੇ ਆਪਣੀ ਮੁੱਛ ਨੀਚੇ ਕਰਕੇ ਸਬਰ ਨਾਲ ਬੈਠ ਜਾਊਂਗਾ। ਰਾਣੀ ਬਾਛਲ ਨੇ ਆਪਣੇ ਪਿਤਾ ਦੀ ਸ਼ਰਤ ਨੂੰ ਹਸੀ ਖੁਸ਼ੀ ਮੰਨ ਲਿਆ। ਰਾਣੀ ਬਾਛਲ ਦਾ ਇਮਤਿਹਾਨ। ਰਾਜਾ ਕੁੰਭਰਪਾਲ ਨੇ ਰਾਜ ਮਿਸਤਰੀ ਬੁਲਾ ਕੇ ਆਪਣੇ ਮਹਿਲ ਵਿੱਚ ਖੂਹ ਖੁਦਵਾਇਆ, ਜਿਹੜਾ ਬਹੁਤ ਡੂੰਘਾ ਸੀ। ਖੂਹ ਪੁੱਟਣ ਤੋਂ ਬਾਅਦ ਕਿੱਕਰ ਦੇ ਕੰਡੇ, ਗੋਖਰੂ ਤੇ ਕੱਚ ਦੇ ਟੁਕੜੇ, ਲੋਹੇ ਦੇ ਕਾਂਟੇ ਵੀ ਬਹੁਤ ਸਾਰੇ ਭਰਵਾ ਦਿੱਤੇ। ਫਿਰ ਕੱਚੇ ਸੂਤ ਦਾ ਪਲੰਘ ਬਣਵਾ ਕੇ ਖੂਹ ਉੱਤੇ ਵਿਛਾ ਦਿੱਤਾ ਤੇ ਉਸ ਉੱਤੇ ਰਾਣੀ ਬਾਛਲ ਨੂੰ ਸੌਣ ਦਾ ਹੁਕਮ ਦਿੱਤਾ। ਆਪਣੇ ਪਤੀ ਦੀ ਇਹ ਹਰਕਤ ਦੇਖ ਕੇ ਰਾਣੀ ਬਾਛਲ ਦੀ ਮਾਂ ਸੌਰਗਧੇ ਫੁੱਟ-ਫੁੱਟ ਕੇ ਰੋ ਪਈ ਤੇ ਹੱਥ ਜੋੜ ਕੇ ਆਪਣੇ ਪਤੀ ਨੂੰ ਬੋਲੀ, ਜੇਕਰ ਤੁਸੀਂ ਇਸ ਤਰ੍ਹਾਂ ਆਪਣੀ ਧੀ ਦੀ ਹੱਤਿਆ ਕਰਨੀ ਹੈ ਤਾਂ ਤੜਫਾ ਕੇ ਮਾਰਨ ਦਾ ਕੀ ਫਾਇਦਾ? ਤਲਵਾਰ ਦੇ ਇੱਕੋ ਵਾਰ ਨਾਲ ਇਸਦਾ ਸਿਰ ਕੱਟ ਦਿਓ। ਆਪਣੀ ਮਾਂ ਦੀ ਗੱਲ ਸੁਣ ਕੇ ਬਾਛਲ ਬੋਲੀ, ਮਾਤਾ ਜੀ, ਚਿੰਤਾ ਨਾ ਕਰੋ। ਕੀ ਤੁਸੀਂ ਇਹ ਨਹੀਂ ਸੁਣਿਆ, ਜਿਸ ਨੂੰ ਰੱਖੇ ਸਾਈਆਂ ਮਾਰ ਸਕੇ ਨਾ ਕੋਏ, ਬਾਲ ਨਾ ਬਾਂਕਾ ਹੋ ਸਕੇ, ਚਾਹੇ ਜਗ ਵੈਰੀ ਹੋਵੇ। ਤੁਹਾਡੀ ਸਤਵੰਤੀ ਬੇਟੀ ਦਾ ਸੱਚ ਐਸਾ ਵੈਸਾ ਨਹੀਂ ਹੈ। ਜੇਕਰ ਮੈਂ ਸੱਚੀ ਹਾਂ ਤਾਂ ਗੁਰੂ ਗੋਰਖਨਾਥ ਦੀ ਕਿਰਪਾ ਦਾ ਹੱਥ ਹੈ ਤਾਂ ਇਸ ਕੱਚੇ ਧਾਗੇ ਲੋਹੇ ਦੀਆਂ ਛੜੀਆਂ ਵਾਂਗ ਹੋ ਜਾਣਗੇ। ਇੰਨਾ ਕਹਿ ਕੇ ਰਾਣੀ ਬਾਛਲ ਕੁੱਦ ਕੇ ਪਲੰਘ ਉੱਤੇ ਚੜ੍ਹ ਗਈ। ਸਭ ਨੇ ਦੇਖਿਆ ਕੱਚੇ ਸੂਤ ਦਾ ਇੱਕ ਤਾਰ ਵੀ ਨਹੀਂ ਟੁੱਟਿਆ। ਰਾਜਾ ਕੁੰਭਰਪਾਲ ਨੇ ਬੜੀ ਖੁਸ਼ੀ ਮਨਾਈ ਤੇ ਰਾਣੀ ਸੌਰਗੰਧੇ ਨੇ ਗਰੀਬਾਂ ਨੂੰ ਸੋਨੇ, ਚਾਂਦੀ ਤੇ ਹੀਰੇ ਮੋਤੀ ਦਾਨ ਦਿੱਤਾ। ਫਿਰ ਰਾਜਾ ਕੁੰਭਰਪਾਲ ਨੇ ਰਾਜਾ ਉਮਰ ਸਿੰਘ ਨੂੰ ਖਤ ਲਿਖਿਆ, ਜਿਸ ਦਾ ਸਾਰ ਇਸ ਤਰ੍ਹਾਂ ਹੈ। ਸਿੱਧ ਸ਼੍ਰੀ ਸਰੋਤਮ, ਜ਼ਿਲ੍ਹਾ ਸਰਸਾ ਪਾਟਨ ਤੋਂ ਦਦਰੇਵਾ ਨਗਰ ਦੇ ਰਾਜਾ ਉਮਰਪਾਲ ਨੂੰ ਰਾਜਾ ਕੁੰਭਰਪਾਲ ਦਾ ਰਾਮ-ਰਾਮ। ਅੱਗੇ ਸਮਾਚਾਰ ਇਹ ਹੈ ਕਿ ਸੰਬੰਧੀ ਸਾਹਿਬ, ਕਿ ਤੁਸੀਂ ਬੇਸਮਝੀ ਤੇ ਜ਼ੁਲਮ ਦੀ ਹੱਦ ਕਰ ਦਿੱਤੀ। ਤੁਹਾਡੀ ਕਰਤੂਤ ਦੇਖ ਕੇ ਮੇਰਾ ਕਲੇਜਾ ਛਲਨੀ ਹੋ ਗਿਆ ਹੈ। ਮੈਂ ਤੁਹਾਨੂੰ ਸੱਜਣ ਤੇ ਖਾਨਦਾਨੀ ਇਨਸਾਨ ਸਮਝ ਕੇ ਆਪਣੀ ਧੀ ਦਿੱਤੀ, ਜਿਸ ਨੂੰ ਤੁਸੀਂ ਬਿਨਾਂ ਆਪਣੀ ਬੇਟੀ ਦੇ ਸਿਖਾਉਣ ਨਾਲ ਇੱਥੇ ਭੇਜ ਦਿੱਤਾ। ਮੇਰੀ ਸਤਵੰਤੀ ਬੇਟੀ ਦੀ ਕੋਈ ਖਤਾ ਨਹੀਂ ਹੈ। ਮੈਂ ਅੱਛੀ ਤਰ੍ਹਾਂ ਜਾਂਚ ਚੁੱਕਿਆ ਹਾਂ ਤੇ ਇਹ ਹੀ ਖਤ ਲਿਖ ਰਿਹਾ ਹਾਂ। ਕਿਰਪਾ ਕਰਕੇ ਤੁਸੀਂ ਕੁੰਵਰ ਜ਼ੇਵਰ ਸਿੰਘ ਨੂੰ ਜਲਦੀ ਇੱਥੇ ਭੇਜੋ। ਉਹ ਇੱਥੇ ਆ ਕੇ ਸਮਝ ਲਵੇਗਾ ਕਿ ਖੋਟ ਕਿਸ ਵਿੱਚ ਹੈ। ਅਗਰ ਮੇਰੀ ਬੇਟੀ ਕਸੂਰਵਾਰ ਨਿਕਲੀ ਤਾਂ ਤਲਵਾਰ ਨਾਲ ਮੇਰਾ ਸਿਰ ਕੱਟ ਲੈਣਾ। ਜੇ ਤੁਹਾਡੀ ਬੇਟੀ ਛਬੀਲੀ ਦੀ ਗੱਲ ਗਲਤ ਨਿਕਲੇ ਤਾਂ ਤੁਸੀਂ ਆਪਣੇ ਮਨ ਵਿੱਚ ਆਪਣੀ ਗਲਤੀ ਮੰਨ ਲੈਣਾ। ਮੈਂ ਛਬੀਲੀ ਨੂੰ ਕੁਝ ਨਹੀਂ ਕਹਿ ਸਕਦਾ, ਉਹ ਮੇਰੀ ਬੇਟੀ ਦੇ ਸਮਾਨ ਹੈ। ਫਿਰ ਵੀ ਨਣਦ ਭਰਜਾਈ ਨੂੰ ਕੌਣ ਨਹੀਂ ਸਮਝਦਾ। ਖਤ ਦਾ ਜਵਾਬ ਜਲਦੀ ਦੇਣਾ। ਤੁਹਾਡਾ ਰਾਜਾ ਕੁੰਭਰਪਾਲ ਸਿੰਘ, ਸਰਸਾ ਪਾਟਨ ਨਗਰ। ਰਾਜਾ ਕੁੰਭਰ ਸਿੰਘ ਨੇ ਆਪਣੇ ਆਦਮੀ ਨੂੰ ਬੁਲਾ ਕੇ ਕਿਹਾ ਕਿ ਇਹ ਖਤ ਰਾਜਾ ਉਮਰਪਾਲ ਨੂੰ ਦਰਬਾਰ ਵਿੱਚ ਦੇ ਕੇ ਆਵੋ ਤੇ ਉੱਤਰ ਲੈ ਕੇ ਆਉਣਾ। ਉਹ ਆਦਮੀ ਨੂੰ ਝੱਟ ਪੱਤਰ ਲੈ ਕੇ ਕੁੰਭਰਪਾਲ ਨੂੰ ਨਮਸਕਾਰ ਗਿਆ ਤੇ ਚੱਲ ਪਿਆ। ਰਾਤ ਦਿਨ ਦਾ ਸਫ਼ਰ ਕਰਕੇ 2.5 ਦਿਨ ਵਿੱਚ ਵਾਗੜ ਦੇਸ਼ ਦੇ ਦਦਰੇਵਾ ਨਗਰ ਵਿੱਚ ਰਾਜਾ ਉਮਰ ਸਿੰਘ ਦੀ ਕਚਹਿਰੀ ਪਹੁੰਚ ਕੇ ਆਪਣਾ ਸਿਰ ਝੁਕਾਇਆ ਤੇ ਪ੍ਰਣਾਮ ਕਰ ਰਾਜਾ ਕੁੰਵਰ ਸਿੰਘ ਦਾ ਖਤ ਦੇ ਦਿੱਤਾ। ਰਾਜਾ ਕੁੰਭਰਪਾਲ ਦਾ ਖਤ ਪੜ੍ਹ ਕੇ ਆਪਣੀ ਬੇਟੀ ਛਬੀਲੀ ਦੀ ਗੱਲ ਸੁਣੀ ਤੇ ਰਾਜਾ ਬਾਛਲ ਦੀ ਜਾਂਚ ਬਾਰੇ ਤੇ ਜ਼ੇਵਰ ਕੁੰਵਰ ਦੀ ਵੀ ਗੱਲ ਪੜ੍ਹੀ। ਉਸ ਤੋਂ ਪਿੱਛੋਂ ਰਾਜਾ ਉਮਰ ਸਿੰਘ ਨੇ ਜੋ ਸਾਣੀ ਸਵਾਰ ਖਤ ਲੈ ਕੇ ਆਇਆ ਸੀ, ਉਸਦੇ ਖਾਣੇ ਨਹਾਣੇ ਦਾ ਇੰਤਜ਼ਾਮ ਕੀਤਾ। ਫਿਰ ਆਪਣੇ ਮਹਿਲ ਵਿੱਚ ਪਹੁੰਚ ਕੇ ਰਾਜਾ ਕੁੰਭਰਪਾਲ ਦੀ ਚਿੱਠੀ ਆਪਣੀ ਬੇਟੀ ਛਬੀਲੀ ਨੂੰ ਪੜ੍ਹ ਕੇ ਸੁਣਾਈ। ਹਰ ਸ਼ਬਦ ਪਰ ਧਿਆਨ ਕਰ ਸਲਾਹ ਦਿੱਤੀ ਕਿ ਬੇਟੀ ਹੁਣ ਕੀ ਕਰਨਾ ਚਾਹੀਦਾ। ਛਬੀਲੀ ਬੋਲੀ, ਕੁਝ ਸਮਝ ਨਹੀਂ ਆਉਂਦਾ। ਵੈਸੇ ਵੀ ਵੱਡੀ ਭਾਬੀ ਵਿੱਚ ਕੋਈ ਔਗੁਣ ਦੇਖਿਆ ਨਹੀਂ, ਮਗਰ ਗਰਭ ਦੀ ਗੱਲ ਸੁਣ ਕੇ
ਮੇਰੇ ਤਨ ਬਦਨ ਵਿੱਚ ਅੱਗ ਲੱਗ ਗਈ ਕਿ ਬਿਨਾਂ ਆਦਮੀ ਤੋਂ ਔਰਤਾਂ ਦੀ ਤਾਂ ਗੱਲ ਹੀ ਹੋਰ। ਹੁਣ ਤਾਂ ਇਹ ਠੀਕ ਹੈ ਕਿ ਭਾਈ ਜ਼ੇਵਰ ਸਿੰਘ ਨੂੰ ਦੂਤ ਭੇਜ ਕੇ ਬਣ ਵਿੱਚੋਂ ਬੁਲਾ ਲਿਆ ਜਾਵੇ। ਉਹ ਠੀਕ ਸਮਝਣਗੇ, ਕਰ ਲੈਣਗੇ। ਰਾਜਾ ਉਮਰ ਸਿੰਘ ਨੇ ਆਪਣੀ ਬੇਟੀ ਦੀ ਸਲਾਹ ਪਸੰਦ ਆਈ। ਉਹਨਾਂ ਨੇ ਜ਼ੇਵਰ ਸਿੰਘ ਨੂੰ ਬੁਲਾਉਣ ਲਈ ਦੂਤ ਬਣ ਵਿੱਚ ਭੇਜ ਦਿੱਤਾ। ਰਾਜਾ ਕੁੰਵਰਪਾਲ ਦੂਤ ਨੂੰ ਇੱਕ ਖਤ ਲਿਖ ਕੇ ਦਿੱਤਾ ਤੇ ਕਿਹਾ ਕਿ ਅਸੀਂ ਜਲਦੀ ਹੀ ਕੁੰਵਰ ਜ਼ੇਵਰ ਨੂੰ ਤੁਹਾਡੇ ਕੋਲ ਭੇਜ ਰਹੇ ਹਾਂ। ਇੱਧਰ ਦਾ ਰਾਜਾ ਉਮਰ ਸਿੰਘ ਦਾ ਦੂਤ ਬਣ ਵਿੱਚ ਜ਼ੇਵਰ ਕੁੰਵਰ ਨੂੰ ਲੈਣ ਲਈ ਚੱਲਿਆ ਤੇ ਉੱਧਰ ਰਾਤ ਨੂੰ ਸੌਂਦੇ ਹੋਏ ਰਾਣੀ ਬਾਛਲ ਦੇ ਗਰਭ ਸੁਪਨੇ ਵਿੱਚ ਬੋਲਿਆ, ਹੇ ਮਾਤਾ ਜੀ, ਮੈਂ ਨਾਨੇ ਦੇ ਇੱਥੇ ਜਨਮ ਨਹੀਂ ਲੈਣਾ। ਮੈਂ ਆਪਣੇ ਗਰਭ ਦੀ ਬਾਣੀ ਸੁਣ ਕੇ ਰਾਣੀ ਬਾਛਲ ਦੀ ਅੱਖ ਖੁੱਲ੍ਹ ਗਈ। ਬੋਲੀ, ਤੂੰ ਅੱਛਾ ਗਰਭ ਜਿਹੜਾ ਮੇਰੇ ਦੁੱਖਾਂ ਦਾ ਅੰਤ ਹੋਣ ਨਹੀਂ ਦਿੰਦਾ। ਮੈਂ ਤਾਂ ਬਿਨਾਂ ਬੁਲਾਏ ਜਾਣ ਤੋਂ ਰਹੀ। ਆਪਣੀ ਮਾਂ ਦੇ ਵਚਨ ਸੁਣ ਕੇ ਗੋਗਾ ਜੀ ਬੋਲੇ, ਮਾਂ ਤੂੰ ਫਿਕਰ ਨਾ ਕਰ, ਗੁਰੂ ਗੋਰਖਨਾਥ ਦੀ ਕਿਰਪਾ ਚਾਹੀਦੀ ਹੈ। ਇਹ ਕਹਿ ਕੇ ਆਪਣਾ ਚਮਤਕਾਰ ਦਿਖਾਇਆ ਤੇ ਆਪਣੇ ਬਾਬਾ ਉਮਰ ਸਿੰਘ ਦੀਆਂ ਅੱਖਾਂ ਵਿੱਚ ਦਰਦ ਪੈਦਾ ਕਰ ਦਿੱਤਾ। ਅੱਖ ਵਿੱਚ ਦਰਦ ਪੈਦਾ ਹੋਣ ਨਾਲ ਉਹ ਤੜਫ ਉੱਠੇ। ਉਸ ਤੋਂ ਬਾਅਦ ਆਪਣੀ ਭੂਆ ਸ਼ਬੀਲੀ ਦੇ ਸਿਰ ਵਿੱਚ ਅੱਧੇ ਸਿਰ ਦਾ ਦਰਦ ਕਰ ਦਿੱਤਾ, ਜਿਸ ਨਾਲ ਉਹ ਸਿਰ ਪਕੜ ਕੇ ਪਰੇਸ਼ਾਨ ਹੋ ਗਈ। ਉਸਨੂੰ ਇਹੋ ਜਿਹਾ ਦਰਦ ਹੋਇਆ ਕਿ ਉਸਦੀ ਇੱਕ ਅੱਖ ਨਿਕਲ ਜਾਵੇਗੀ। ਬਾਪ ਬੇਟੀ ਦੋਨੇ ਦੁਖੀ ਹੋ ਗਏ। ਇੱਧਰ ਆਪਣੇ ਪਿਤਾ ਜ਼ੇਵਰ ਨੂੰ ਬਣ ਵਿੱਚ ਸੁਪਨਾ ਦਿੱਤਾ, ਤੁਸੀਂ ਮਾਂ ਨੂੰ ਸਿਰਸਾ ਪਾਟਨ ਲੈ ਕੇ ਆ ਜਾਵੋ। ਮੇਰਾ ਜਨਮ ਪੁਸ਼ਪ ਨਛੱਤਰ ਵਿੱਚ ਹੀ ਹੋਵੇਗਾ, ਆਪਣੇ ਘਰ ਵਿੱਚ ਹੀ ਹੋਵੇਗਾ। ਮੈਂ ਨਾਨਾ ਦੇ ਘਰ ਨਹੀਂ ਜੰਮਾਂਗਾ। ਉੱਧਰ ਰਾਜਾ ਉਮਰ ਸਿੰਘ ਦਾ ਭੇਜਿਆ ਦੂਤ ਪਹੁੰਚ ਗਿਆ ਤੇ ਰਾਜਾ ਜ਼ੇਵਰ ਸਿੰਘ ਨੂੰ ਰਾਜਾ ਉਮਰ ਸਿੰਘ ਦੀ ਆਗਿਆ ਸੁਣਾਈ। ਤੁਹਾਨੂੰ ਤੁਹਾਡੇ